ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਜ਼ੈਨਿਸ਼ਰੋ ਨੋਗੁਚੀ। ਜ਼ੈਨਿਸ਼ਰੋ ਨੋਗੁਚੀ ਇੱਕ ਕਮਾਲ ਦੀ ਜਾਪਾਨੀ ਪ੍ਰਤਿਭਾ ਸੀ। ਉਹ ਇੱਕ ਕਵੀ, ਪੇਂਟਰ ਅਤੇ ਦਿਵ ਦ੍ਰਿਸ਼ਟੀ ਅਤੇ ਅਧਿਆਤਮਕ ਅੰਤਰਦ੍ਰਿਸ਼ਟੀ ਵਾਲਾ ਪੂਰਨ ਜਾਪਾਨੀ ਰਿਸ਼ੀ ਸੀ। ਉਹ ਮਾਨਵੀ ਅਤੇ ਦੈਵੀ ਮਾਮਲਿਆਂ ਵਿੱਚ ਵਿਸ਼ੇਸ਼ ਰੁਚੀ ਰੱਖਦਾ ਸੀ ਅਤੇ ਇਹਨਾਂ ਨੂੰ ਆਪਣੇ ਦਿਨ ਪ੍ਰਤੀ ਦਿਨ ਦੇ ਜੀਵਨ ਵਿੱਚ ਘਟਾਉਂਦਾ ਸੀ। ਉਸ ਦੇ ਜੀਵਨ ਵਿੱਚ ਕਵਿਤਾ ਜਿਹੀ ਰਵਾਨੀ ਅਤੇ ਸਵੇਰ-ਸਾਰ ਮੰਦਰ ਵਿੱਚ ਸੁਣਾਈ ਦੇਂਦੀ ਝਰਨੇ ਦੀ ਮਧੁਰ ਆਵਾਜ਼ ਦੀ ਸੀਤਲਤਾ ਸੀ। ਉਹ ਟੋਕੀਓ ਦੇ ਖਜ਼ੋ ਹਿਰਾਈ ਦਾ ਗੂੜਾ ਮਿੱਤਰ ਸੀ। ਉਸ ਦਾ ਸਮੁੱਚਾ ਜੀਵਨ ਹੀ ਕਾਵਿਕ ਵਿਸਮਾਦ ਸੀ। ਉਹ ਸਮਝਦਾ ਸੀ ਕਿ ਮਨੁੱਖੀ ਸਰੀਰ ਦੀ ਮੂਕ ਗੁਲਾਬੀ ਭਾਅ ਅਤੇ ਵਿਸਮਾਦ ਦੀ ਸੁਗੰਧੀ ਤੋਂ ਬਿਨਾਂ ਸਵੈ ਪ੍ਰਗਟਾਵੇ ਦਾ ਹੋਰ ਕੋਈ ਵੀ ਢੰਗ ਸੰਪੂਰਨ ਨਹੀਂ ਸੀ। ਇਸ ਲਈ ਉਸਨੇ ਆਪਣੀ ਜ਼ਿੰਦਗੀ ਵਿੱਚ ਸਿਰਫ ਇੱਕ ਵਾਰੀ ਹੀ ਲਿਖਿਆ। ਉਸ ਦੀ ਲਿਖਤ ਦਾ ਵਿਸ਼ਾ ਉਸਦੇ ਆਪਣੇ ਬੱਚੇ ਦਾ ਛੋਟਾ ਜਿਹਾ ਜੀਵਨ ਸੀ। ਜਨਮ ਤੋਂ ਮੌਤ ਤੱਕ ਲਗਭਗ 2 ਸਾਲ ਦਾ ਸਮਾਂ ਉਸਨੇ ਇਹ ਹੱਥ ਲਿਖਤ ਬੜੇ ਮਾਣ ਨਾਲ ਵਿਖਾਈ ਸੀ। ਇਹ ਸਭ ਕੁਝ ਮਨੁੱਖ ਦੇ ਛੋਟੇ ਜਿਹੇ ਬਾਲ ਬਾਰੇ ਹੈ। ਇਹ ਮਨੁੱਖ ਦੇ ਭਵਿੱਖ ਬਾਰੇ ਸ਼ੁਭ ਸੰਦੇਸ਼ ਹੈ, ਜਦੋਂ ਕਿ ਬੱਚਿਆਂ ਦਾ ਪਾਲਣ ਪੋਸ਼ਣ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਸਦਾਚਾਰਕ ਨੇਮ ਹੋਵੇਗਾ। ਉਸਨੇ ਕਿਹਾ, ਉਹ ਹੱਥ ਲਿਖਤ ਜੋ ਸ਼ਾਇਦ ਕਦੇ ਛਪੀ ਨਾ ਹੋਵੇ, ਨਿਰਸੰਦੇਹ ਉਸ ਦਾ ਸ਼ਾਹਕਾਰ ਸੀ। ਜਦੋਂ ਉਹ ਖੁਸ਼ੀ ਨਾਲ ਉਛਲਦਾ, ਆਪੇ ਵਿੱਚ ਨਾ ਸਮਾਉਂਦਾ, ਜਦੋਂ ਉਸ ਦੀਆਂ ਅੱਖਾਂ ਸਾਕੇ ਨਾਲ ਰਤੀਆਂ ਹੁੰਦੀਆਂ, ਸਾਕੇ ਤੋਂ ਭਾਵ ਹੈ ਜਾਪਾਨੀ ਸ਼ਰਾਬ, ਜਦੋਂ ਉਸ ਦੀਆਂ ਅੱਖਾਂ ਸਾਕੇ ਨਾਲ ਰਤੀਆਂ ਹੁੰਦੀਆਂ ਤੇ ਉਸ ਦੇ ਚਿਹਰੇ ਤੇ ਬੁੱਧ ਦੇ ਦੈਵੀ ਜਲੋ ਦਾ ਜਲਾਲ ਹੁੰਦਾ, ਤਾਂ ਹੀ ਉਹ ਆਪਣੇ ਬੁਰਸ਼ ਦੀਆਂ 2-3 ਛੂਹਾਂ ਨਾਲ ਹੀ ਇੱਕ ਤਸਵੀਰ ਬਣਾਉਣ ਲਈ ਝੁਕਦਾ ਤੇ ਉਸ ਦੇ ਦੂਸਰੇ ਪਾਸੇ ਚੀਨੀ ਦੀ ਚਿੱਤਰਲਿਪੀ ਵਿੱਚ ਇੱਕ ਹਾਇਕੂ ਜਾਪਾਨੀ ਕਵਿਤਾ ਦੀ ਇੱਕ ਵੰਨਗੀ ਹੈ। ਸੋ ਹਾਇਕੂ ਕਵਿਤਾ ਲਿਖਦਾ ਤੇ ਜਿਹੜਾ ਵੀ ਦੋਸਤ ਕੋਲ ਆਉਂਦਾ ਉਸੇ ਨੂੰ ਦੇ ਦਿੰਦਾ। ਇਸ ਤਰ੍ਹਾਂ ਉਹ ਆਪਣੀ ਖੁਸ਼ੀ ਲੁਟਾਉਂਦਾ। ਉਹ ਵਿਸਮਾਦੀ ਮੌਨ ਵਿੱਚ ਰਹਿੰਦਾ, ਆਪਣੇ ਹਸਾਉਣੇ ਟੋਟਕਿਆਂ ਨਾਲ ਹਰ ਕਿਸੇ ਨੂੰ ਖੁਸ਼ ਰੱਖਦਾ। ਉਸ ਦੇ ਅਸਾਧਾਰਣ ਚਰਿੱਤਰ ਦੀ ਖੁਸ਼ਮਿਜਾਜ਼ੀ ਅਤੇ ਸਿਆਣਪ ਉਸ ਦੇ ਚਿਹਰੇ ਤੋਂ ਟਪਕਦੀ। ਡੂੰਘੀਆਂ ਕਾਲੀਆਂ ਅਤੇ ਬਦਾਮਾਂ ਦੀ ਸ਼ਕਲ ਦੀਆਂ ਅੱਖਾਂ ਨਾਲ ਉਸ ਦਾ ਚਿਹਰਾ ਰੋਸ਼ਨ ਹੋਇਆ ਪਿਆ ਸੀ। ਉਸ ਦੀਆਂ ਅੱਖਾਂ ਜਾਪਾਨੀਆਂ ਦੀਆਂ ਅੱਖਾਂ ਵਰਗੀਆਂ ਨਹੀਂ ਸਨ ਲੱਗਦੀਆਂ। ਜਦੋਂ ਕਦੇ ਵੀ ਉਹ ਚਾਹੁੰਦਾ, ਉਸ ਦੇ ਚਿਹਰੇ ਤੇ ਮੂੰਹ ਹਾਵ-ਭਾਵ ਹੀ ਸਰੋਤਿਆਂ ਨੂੰ ਹਸਾ ਕੇ ਦੂਹਰੀਆਂ ਕਰ ਦਿੰਦੇ। ਜੇ ਉਹ ਗੰਭੀਰ ਹੁੰਦਾ ਤਾਂ ਲੋਕਾਂ ਨੂੰ ਪੀੜ ਨਾਲ ਰੁਆ ਦਿੰਦਾ, ਪਰ ਇਸ ਦਰਦੀਲੇ ਰੌਂ ਵਿੱਚ ਉਹ ਕਦੇ ਹੀ ਆਉਂਦਾ। ਜ਼ਿੰਦਗੀ ਨੂੰ ਪੰਛੀਆਂ ਦੀ ਤਰ੍ਹਾਂ ਲੈਂਦਾ। ਉਹ ਪੰਛੀ ਜੋ ਜੀਵਨ ਨੂੰ ਉਦੋਂ ਹੀ ਦੁਖਾਂਤ ਸਮਝਦੇ ਹਨ ਜਦੋਂ ਭੁੱਖ ਜਾਂ ਪਿਆਸ ਨਾਲ ਮਰ ਰਹੇ ਹੋਣ ਜਾਂ ਜਦੋਂ ਕਿਸੇ ਸ਼ਿਕਾਰੀ ਦਾ ਤੀਰ ਵਿੰਝ ਜਾਵੇ। ਮਿਸਟਰ ਜ਼ੈਡ ਨੋਗੁਚੀ ਅਤੇ ਮਿਸਟਰ ਕੇ ਹਿਰਾਈ ਦੋਵੇਂ ਹੀ ਬੁੱਧ ਧਰਮ ਦੇ ਨੁਮਾਇੰਦਿਆਂ ਵਜੋਂ 1893 ਵਿੱਚ ਬੋਸਟਨ ਵਿਖੇ ਹੋਏ ਵੱਖ-ਵੱਖ ਧਰਮਾਂ ਦੇ ਮਹਾਨ ਇਕੱਠ ਵਿੱਚ ਹਿੱਸਾ ਲੈਣ ਲਈ ਅਮਰੀਕਾ ਗਏ। ਮਿਸਟਰ ਹਿਰਾਈ ਇੱਕ ਬੋਧੀ ਭਿਕਸ਼ੂ ਸੀ। ਉਸਨੇ ਪ੍ਰਭਾਵਕਾਰੀ ਭਾਸ਼ਣ ਦਿੱਤੇ। ਡਾਕਟਰ ਬੈਰੋਸ ਤਾਂ ਗੱਲਬਾਤ ਸਮੇਂ ਉਹਨਾਂ ਨੂੰ ਸਦਾ ਹੀ ਪ੍ਰਭਾਵਕਾਰੀ ਮਿਸਟਰ ਹਿਰਾਈ ਦਾ ਨਾਂ ਦਿੰਦੇ। ਦੂਸਰੇ ਪਾਸੇ ਮਿਸਟਰ ਨੋਗੁਚੀ ਚੁੱਪਚਾਪ ਰਹਿੰਦੇ। ਉਹ ਆਪਣੇ ਦੋਸਤ ਦੇ ਨਿੱਜੀ ਸਕੱਤਰ ਵਜੋਂ ਡਿਊਟੀ ਨਿਭਾਉਂਦੇ ਹੋਏ ਅਮਰੀਕਨ ਲੋਕ ਰਾਜ ਦੀ ਭਾਵਨਾ ਨੂੰ ਗ੍ਰਹਿਣ ਕਰਦੇ। ਜਿਵੇਂ ਕਿ ਉਹਨਾਂ ਮੈਨੂੰ ਦੱਸਿਆ, ਅਮਰੀਕਾ ਤੋਂ ਮੁੜਨ ਉਪਰੰਤ ਉਹਨਾਂ ਕੁਝ ਕਰਨ ਬਾਰੇ ਸੋਚਿਆ। ਮਿਸਟਰ ਹਿਰਾਈ ਨੇ ਛੇਤੀ ਹੀ ਬੋਧੀ ਭਿਕਸ਼ੂ ਦੀ ਪਦਵੀ ਤੋਂ ਤਿਆਗ ਪੱਤਰ ਦੇ ਕੇ ਮਠ ਛੱਡ ਦਿੱਤਾ। ਮਿਸਟਰ ਨੋਗੁਚੀ ਦੀ ਤਾਂ ਸਿਰਫ ਬੁੱਢੀ ਮਾਂ ਹੀ ਸੀ। ਅਮਰੀਕਾ ਜਾਣ ਤੋਂ ਪਹਿਲਾਂ ਉਸ 2 ਸਾਲ ਦੇ ਖਰਚੇ ਦਾ ਪ੍ਰਬੰਧ ਕਰ ਦਿੱਤਾ ਸੀ। ਉਹ ਉੱਥੋਂ 1 ਸਾਲ ਬਾਅਦ ਹੀ ਮੁੜ ਆਏ ਸਨ। ਇਸ ਤਰ੍ਹਾਂ ਇਹਨਾਂ ਦੋਸਤਾਂ ਦਾ ਹੀ ਕੋਈ ਲਗ ਲਬੇੜ ਨਹੀਂ ਸੀ। ਵਾਪਸੀ ਤੇ ਮਿਸਟਰ ਹਿਰਾਈ ਆਪਣੇ ਮਠ ਨਹੀਂ ਸੀ ਗਿਆ ਅਤੇ ਨਾ ਹੀ ਮਿਸਟਰ ਨੋਗੁਚੀ ਆਪਣੇ ਮਾਂ ਕੋਲ ਗਿਆ ਸੀ। ਉਹਨਾਂ ਨੇ ਯਾਤਰੂ ਬਣ ਕੇ
ਦੇਸ਼ ਵਿੱਚ ਘੁੰਮ ਕੇ ਪੇਂਡੂ ਲੋਕਾਂ ਨਾਲ ਗੱਲਾਂ ਬਾਤਾਂ ਕਰਨ ਅਤੇ ਆਪਣੇ ਅਮਰੀਕਾ ਦੇ ਤਜਰਬੇ ਦੱਸਣ ਦਾ ਫੈਸਲਾ ਕਰ ਲਿਆ। ਜਾਪਾਨੀ ਯਾਤਰੂ ਵੇਖਣ ਨੂੰ ਬੜੇ ਅਜੀਬ ਲੱਗਦੇ ਹਨ। ਤੇੜ ਤੰਗ ਪਹੁੰਚੇ ਦਾ ਨੀਲਾ ਪਜਾਮਾ, ਗਲ ਵਿੱਚ ਰੱਸੀ ਦੀ ਪੇਟੀ ਨਾਲ ਬਣਿਆ ਕਿਮੋਨੋ ਤੋਂ ਭਾਵ ਹੈ ਛੋਟੀਆਂ ਅਰ ਲੰਮੀਆਂ ਬਾਹਾਂ ਵਾਲਾ ਜਾਪਾਨੀ ਪਹਿਰਾਵਾ, ਸਿਰ ਤੇ ਰੱਸੀ ਨਾਲ ਠੋਡੀ ਦੇ ਹੇਠ ਦੀ ਕੱਸਿਆ ਕੱਖਾਂ ਦਾ ਛਤਰੀ ਨੁਮਾ ਟੋਪ, ਹੱਥ ਵਿੱਚ ਡੰਡਾ ਤੇ ਪੈਰੀ ਕੱਖਾਂ ਦੇ ਬਣੇ ਸੈਂਡਲਾਂ ਦਾ ਜੋੜਾ ਹੁੰਦਾ ਹੈ। ਬਸ ਇੰਨਾ ਹੀ ਸਮਾਨ ਹੁੰਦਾ ਹੈ ਜੋ ਉਹ ਚੁੱਕੀ ਫਿਰਦਾ ਹੈ। ਉਸ ਸਾਰੇ ਮੰਦਰਾਂ ਦੀ ਪੈਦਲ ਯਾਤਰਾ ਕਰਨ ਦੀ ਸਹੁੰ ਖਾਧੀ ਹੁੰਦੀ ਹੈ। ਉਸਨੇ ਦੇਸ਼ ਦੇ ਸਾਰੇ ਮੰਦਰਾਂ ਵਿੱਚ ਜਾਣਾ ਹੁੰਦਾ ਹੈ ਅਤੇ ਰਸਤੇ ਵਿੱਚ ਮੰਗ ਕੇ ਗੁਜ਼ਾਰਾ ਕਰਨਾ ਹੁੰਦਾ ਹੈ। ਜੋ ਕੁਝ ਦਾਨੀ ਸੱਜਣ ਦੇ ਦੇਣ ਉਸ ਨਾਲ ਹੀ ਸਬਰ ਕਰਨਾ ਹੁੰਦਾ ਹੈ। ਇਹ ਇੱਕ ਕਿਸਮ ਦਾ ਅਸਥਾਈ ਭਿਕਸ਼ੂਪੁਣਾ ਹੁੰਦਾ ਹੈ ਜੋ ਸਧਾਰਨ ਪੇਂਡੂ ਲੋਕ ਅਪਣਾਉਂਦੇ ਹਨ। ਮਿਸਟਰ ਨੋਗੁਚੀ ਅਤੇ ਹਿਰਾਈ ਨੇ ਯਾਤਰੂਆਂ ਵਾਲਾ ਭੇਸ ਧਾਰਨ ਕਰ ਲਿਆ ਅਤੇ ਭਾਸ਼ਣ ਦੇਣ ਲਈ ਸਫ਼ਰ ਤੇ ਤੁਰ ਪਏ। ਉਹਨਾਂ ਆਪਣੇ ਕਾਵਕ ਜੇ ਨਾਂ ਰੱਖ ਲਏ। ਸਾਰੇ ਦੇਸ਼ ਦੇ ਧੁਰ ਤੱਕ ਪੈਦਲ ਸਫ਼ਰ ਕਰਕੇ ਆਪਣੇ ਅਮਰੀਕਾ ਦੇ ਤਜਰਬੇ ਲੋਕਾਂ ਨਾਲ ਨਾਟਕੀ ਢੰਗ ਨਾਲ ਸਾਂਝੇ ਕਰਨ ਵਿੱਚ ਉਹਨਾਂ ਨੂੰ 1 ਸਾਲ ਲੱਗ ਗਿਆ। ਲਗਭਗ 1 ਸਾਲ ਬਾਅਦ ਉਹ ਜਾਪਾਨ ਦੇ ਬਹੁਤ ਭਾਰੇ ਉਦਯੋਗਿਕ ਸ਼ਹਿਰ ਓਸਾਕਾ ਪੁੱਜੇ। ਇੱਥੇ ਆ ਕੇ ਉਹਨਾਂ ਨੇ ਇੱਕ ਹੋਰ ਕੰਮ ਲਈ ਨਵਾਂ ਭੇਸ ਬਦਲਿਆ। ਉਹ ਦਾਨ ਦਛਣਾ ਤੇ ਨਿਰਭਰਤਾ ਤੋਂ ਉਕਤਾ ਗਏ ਸਨ। ਉਹ ਆਪਣੀ ਰੋਜ਼ੀ ਆਪ ਕਮਾਉਣੀ ਚਾਹੁੰਦੇ ਸਨ। ਉਹਨਾਂ ਨੇ ਸੋਡਾ ਵਾਟਰ ਤੇ ਬਰਫ਼ ਦੀ ਇੱਕ ਚਲਦੀ ਫਿਰਦੀ ਦੁਕਾਨ ਖੋਲ੍ਹ ਲਈ। ਮਿਸਟਰ ਨੋਗੁਚੀ ਆਪਣੀ ਸ਼ਿਕੰਜਵੀ ਦੀ ਦੁਕਾਨ ਵਹਿੰਗੀ ਵਿੱਚ ਰੱਖ ਕੇ ਮੋਢਿਆਂ ਤੇ ਚੁੱਕੀ ਫਿਰਦਾ। ਇੱਕ ਛਾਬੇ ਵਿੱਚ ਬਰਫ਼ ਅਤੇ ਹੋਰ ਨਿੱਕ ਸ਼ੁਕ ਹੁੰਦਾ ਅਤੇ ਦੂਸਰੇ ਛਾਬੇ ਵਿੱਚ ਸੋਡਾ ਵਾਟਰ ਦੀਆਂ ਲਿਸ਼ਕਦੀਆਂ ਬੋਤਲਾਂ ਹੁੰਦੀਆਂ। ਮਿਸਟਰ ਹਿਰਾਈ ਆਪਣੇ ਦੋਸਤ ਦੇ ਅੱਗੇ ਅੱਗੇ ਗਲੀ ਗਲੀ ਬਰਫ਼ ਅਤੇ ਸ਼ਿਕੰਜਵੀ ਦਾ ਹੋਕਾ ਦਿੰਦਾ ਫਿਰਦਾ। ਇਸ ਤਰ੍ਹਾਂ ਕੁਝ ਸਮਾਂ ਉਹ ਆਪਣੇ ਗੁਜ਼ਾਰੇ ਜੋਗਾ ਕਮਾ ਲੈਂਦੇ ਰਹੇ। ਗਰਮੀਆਂ ਖਤਮ ਹੁੰਦਿਆਂ ਹੀ ਇਹਨਾਂ ਦਾਰਸ਼ਨਿਕਾਂ ਨੂੰ ਦੁਕਾਨ ਬੰਦ ਕਰਨੀ ਪਈ। ਪਰ ਆਪਣੀ ਯਾਤਰਾ ਅਤੇ ਇਸ ਉਪਰੰਤ ਓਸਾਕਾ ਦੇ ਸਫ਼ਰ ਸਮੇਂ ਉਹ ਕਿਰਸਾਣੀ ਸ਼੍ਰੇਣੀ ਦੇ ਬਿਲਕੁਲ ਅਨਪੜ੍ਹ ਲੋਕਾਂ ਨਾਲ ਗੂੜ੍ਹਾ ਸੰਬੰਧ ਸਥਾਪਿਤ ਕਰਨਾ ਲੋਚਦੇ ਰਹੇ। ਇਸ ਢੰਗ ਨਾਲ ਉਹ ਗਰੀਬ ਕਿਰਸਾਨਾਂ ਨੂੰ ਜੀਵਨ ਅਤੇ ਕਿਰਤ ਪ੍ਰਤੀ ਨਵਾਂ ਦ੍ਰਿਸ਼ਟੀਕੋਣ ਦੇਣ ਵਿੱਚ ਸਫਲ ਹੋਏ। ਮਿਸਟਰ ਨੋਗੁਚੀ ਅਤੇ ਹਿਰਾਈ ਨਵੀਆਂ ਥਾਵਾਂ ਤੇ ਕੰਮ ਦੇ ਨਵੇਂ ਖੇਤਰਾਂ ਦੀ ਭਾਲ ਵਿੱਚ ਓਸਾਕਾ ਵਿਖੇ ਇੱਕ ਦੂਸਰੇ ਤੋਂ ਵਿਛੜ ਗਏ। ਇਸ ਤਰ੍ਹਾਂ ਜਾਪਦਾ ਸੀ ਕਿ ਉਹ ਜੀਵਨ ਦੇ ਉਜਰਤੀ ਪੱਖ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਸਨ ਲੈ ਰਹੇ। ਉਹ ਬਹੁਤ ਸਮਾਂ ਆਪਣੇ ਆਪ ਨਾਲ ਹੀ ਰੁਚਿਤ ਰਹਿੰਦੇ। ਉਹਨਾਂ ਦੀ ਅੰਤਰ ਆਤਮਾ ਦੀ ਵਿਸਮਾਦੀ ਅਵਸਥਾ ਨੇ ਉਹਨਾਂ ਨੂੰ ਆਪਣੇ ਵਰਤਮਾਨ ਅਤੇ ਭਵਿੱਖ ਵੱਲੋਂ ਲਾਪਰਵਾਹ ਕਰ ਦਿੱਤਾ। ਉਹਨਾਂ ਨੂੰ ਖਾਣ ਪੀਣ ਦੀ ਵੀ ਸੁੱਧ ਨਾ ਰਹੀ, ਜਿਸ ਨੂੰ ਅਸੀਂ ਸਾਧਾਰਨ ਲੋਕ ਜ਼ਿੰਮੇਵਾਰੀ, ਕਰਮ ਅਤੇ ਕੰਮ ਦਾ ਨਾਂ ਦਿੰਦੇ ਹਾਂ। ਉਸ ਪ੍ਰਤੀ ਉਹਨਾਂ ਦਾ ਵਤੀਰਾ ਅਤ ਦਾ ਗੈਰ ਜ਼ਿੰਮੇਵਾਰੀ ਵਾਲਾ ਸੀ। ਦੈਵੀ ਆਨੰਦ ਨਾਲ ਸਰਸ਼ਾਰ ਉਹ ਮਦਮਤੇ ਬੋਲਦੇ ਅਤੇ ਆਪਣੀ ਅੰਤਰ ਆਤਮਾ ਦਾ ਪਿਆਰ ਅਤੇ ਹੁਲਾਰ ਬਿਖੇਰਦੇ। ਕਿਉਂਕਿ ਉਹਨਾਂ ਨੇ ਆਪਣੀ ਪਰਵਾਹ ਕਰਨੀ ਹੀ ਛੱਡ ਦਿੱਤੀ ਸੀ, ਇਸ ਲਈ ਉਹਨਾਂ ਦੀਆਂ ਸਾਰੀਆਂ ਕਿਰਿਆਵਾਂ ਕਿਸੇ ਦੈਵੀ ਸ਼ਕਤੀ ਦੁਆਰਾ ਪ੍ਰੇਰਿਤ ਸਨ। ਕਿਉਂਕਿ ਉਹਨਾਂ ਨੇ ਆਪਣਾ ਧਿਆਨ ਆਪ ਰੱਖਣਾ ਛੱਡ ਦਿੱਤਾ ਸੀ, ਦੇਵਤੇ ਹੀ ਉਹਨਾਂ ਦੀ ਦੇਖਭਾਲ ਕਰਦੇ ਸਨ। ਜਿਵੇਂ ਪੰਛੀ ਟਾਣੀ ਟਾਣੀ ਨੱਚਦੇ ਤੇ ਹਵਾ ਵਿੱਚ ਉੱਡਦੇ ਗਾਉਂਦੇ ਫਿਰਦੇ ਹਨ, ਉਵੇਂ ਹੀ ਇਹ ਦੋਵੇਂ ਦੋਸਤ ਪਿਆਰ ਵੰਡਦੇ ਫਿਰਦੇ। ਬੇਸ਼ੱਕ ਉਹ ਸਮੇਂ ਦਾ ਹਿਸਾਬ ਨਹੀਂ ਸਨ ਰੱਖਦੇ, ਪਰ ਹਰ ਕੰਮ ਉਹ ਨਿਯਤ ਸਮੇਂ ਤੇ ਕਰ ਲੈਂਦੇ। ਮਿਸਟਰ ਨੋਗੁਚੀ ਆਪਣੇ ਦੋਸਤ ਤੋਂ ਵਿਛੜਨ ਉਪਰੰਤ ਭੁੱਖ ਨਾਲ ਮਰਨ ਕੰਢੇ ਹੋਈ ਬੁੱਢੀ ਮਾਂ ਨੂੰ ਮਿਲਣ ਗਿਆ। ਜੋ ਕੁਝ ਉਸਨੇ ਮਾਂ ਦੇ ਗੁਜ਼ਾਰੇ ਲਈ ਦਿੱਤਾ ਸੀ ਖਤਮ ਹੋ ਗਿਆ ਸੀ। ਮਾਂ ਨੇ ਉਸਦੀ ਝਾੜ ਝੰਬ ਕੀਤੀ ਅਤੇ ਕਿਤੇ ਕੰਮ ਧੰਦਾ ਕਰਨ ਲਈ ਕਿਹਾ। ਸੱਚਾ ਧਰਮ ਦੁਨੀਆ ਵਿੱਚ ਅਵਾਰਾ ਘੁੰਮਣਾ ਨਹੀਂ ਸਿਖਾਉਂਦਾ। ਨੋਗੁਚੀ ਉਸੇ ਵੇਲੇ ਆਪਣੀ ਮਾਂ ਦੀ ਗੱਲ ਨੂੰ ਸਿਰ ਮੱਥੇ ਮੰਨ ਕੇ ਘਰੋਂ ਨਿਕਲ ਤੁਰਿਆ। 1 ਜਾਂ 2 ਘੰਟੇ ਬਾਅਦ ਹੀ ਉਹ ਦਾਲ ਨਿਪਨੀ ਰੇਲਵੇ ਦੇ ਡਾਇਰੈਕਟਰ ਨੂੰ ਉਸਦੇ ਟੋਕੀਓ ਸਥਿਤ ਦਫ਼ਤਰ ਵਿੱਚ ਮਿਲ ਰਿਹਾ ਸੀ।
ਜ਼ੈਨਿਸ਼ਰੋ ਨੇ ਇੱਕ ਹਲੀਮ ਪ੍ਰਾਰਥਕ ਦੀ ਤਰ੍ਹਾਂ ਸਿਰ ਝੁਕਾਇਆ ਅਤੇ ਪੁੱਛਣ ਤੇ ਆਪਣਾ ਉਹੀ ਫਰਜ਼ੀ ਨਾਂ ਦੱਸਿਆ ਜੋ ਉਸ ਆਪਣੇ ਦੋਸਤ ਨਾਲ ਮਿਲ ਕੇ ਰੱਖਿਆ ਸੀ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਉਹਨਾਂ ਦੁਆਰਾ ਅਮਰੀਕਾ ਵਿੱਚ ਕੀਤਾ ਗਿਆ ਕੰਮ ਜਾਪਾਨ ਦੀਆਂ ਅਖਬਾਰਾਂ ਨੇ ਬਹੁਤ ਸਲਾਹਿਆ ਸੀ ਅਤੇ ਦੋਵੇਂ ਤਾਂ ਬਹੁਤ ਹੀ ਪ੍ਰਸਿੱਧ ਹੋ ਗਏ ਸਨ। ਆਪਣੀ ਪਛਾਣ ਲੁਕਾਉਣ ਅਤੇ ਲੋਕਾਂ ਦੀ ਵਾਹ-ਵਾਹ ਦੇ ਝੰਜਟ ਤੋਂ ਦੂਰ ਰਹਿ ਕੇ ਦਿਨ ਗੁਜ਼ਰਾਨ ਕਰਨ ਲਈ ਉਹਨਾਂ ਨੇ ਪੂਰੀ ਤਰ੍ਹਾਂ ਭੇਸ ਬਦਲ ਲਿਆ ਸੀ। ਹਾਂ, ਤੁਸੀਂ ਰੇਲਵੇ ਦੇ ਮਹਿਕਮੇ ਵਿੱਚ ਨੌਕਰੀ ਕਰਨ ਲਈ ਅਰਜ਼ੀ ਦਿੱਤੀ ਹੈ, ਡਾਇਰੈਕਟਰ ਨੇ ਕਿਹਾ। ਹਾਂ ਜਨਾਬ, ਨੋਗੁਚੀ ਨੇ ਕਿਹਾ। ਤੁਹਾਡੀਆਂ ਯੋਗਤਾਵਾਂ ਕੀ ਨੇ ਅਤੇ ਤੁਸੀਂ ਕਿਸ ਤਰ੍ਹਾਂ ਦੀ ਨੌਕਰੀ ਕਰਨਾ ਚਾਹੁੰਦੇ ਹੋ, ਡਾਇਰੈਕਟਰ ਨੇ ਪੁੱਛਿਆ। ਕੋਈ ਵੀ ਨੌਕਰੀ ਦੇ ਦਿਓ ਜਨਾਬ। ਮੇਰੀ ਯੋਗਤਾ ਇਹ ਹੈ ਕਿ ਮੈਂ ਪਲੇਟਫਾਰਮ ਵੀ ਸਾਫ਼ ਕਰ ਸਕਦਾ ਹਾਂ। ਹਜ਼ੂਰ, ਜੇ ਤੁਸੀਂ ਠੀਕ ਸਮਝੋ ਤਾਂ ਮੈਨੂੰ ਇਹ ਨੌਕਰੀ ਹੀ ਦੇ ਦਿਓ। ਮੈਂ ਥੋੜ੍ਹੀ ਬਹੁਤੀ ਜਾਪਾਨੀ ਵੀ ਲਿਖ ਲੈਂਦਾ ਹਾਂ, ਮਾੜੀ ਮੋਟੀ ਕਾਤਾ ਕਾਨਾ ਜਾਣਦਾ ਹਾਂ ਅਤੇ ਗਲਤ ਮਲਤ ਜਿਹੀ ਅੰਗਰੇਜ਼ੀ ਵੀ ਆਉਂਦੀ ਹੈ। ਜਨਾਬ, ਸ਼ਾਇਦ ਮੈਂ ਕਲਰਕੀ ਵੀ ਨਿਭਾ ਲਵਾਂ, ਕੁਝ ਵੀ ਚਲੇਗਾ। ਮੈਂ ਆਪਣੀ ਬਿਰਧ ਮਾਂ ਦੇ ਗੁਜ਼ਾਰੇ ਲਈ 4 ਪੈਸੇ ਕਮਾਉਣੇ ਚਾਹੁੰਦਾ ਹਾਂ। ਮੈਂ ਵਿਆਹਿਆ ਹੋਇਆ ਨਹੀਂ ਹਾਂ ਜਨਾਬ, ਸੋ ਮੇਰਾ ਕੋਈ ਬਹੁਤਾ ਲਾਂਝਾ ਨਹੀਂ ਹੈ, ਨੋਗੁਚੀ ਨੇ ਕਿਹਾ। ਡਾਇਰੈਕਟਰ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਅਤੇ ਫਿਰ ਪੈਰਾਂ ਤੋਂ ਸਿਰ ਤੱਕ ਦੇਖਦਿਆਂ ਕਿਹਾ, ਤੁਸੀਂ ਬਹੁਤ ਸਮਝਦਾਰ ਆਦਮੀ ਜਾਪਦੇ ਹੋ। ਆਪਣੀ ਮਾਂ ਦੀ ਖਾਤਰ ਕੋਈ ਵੀ ਕੰਮ ਕਰਨ ਲਈ ਤਿਆਰ ਹੋ, ਪਲੇਟਫਾਰਮ ਸਾਫ਼ ਕਰਨ ਲਈ ਵੀ। ਮੈਂ ਤੇਰੇ ਆਫਰੀਨ ਹਾਂ। ਇਸ ਸਮੇਂ ਇੱਕ ਹੀ ਆਸਾਮੀ ਖਾਲੀ ਹੈ। ਮੈਂ ਤੈਨੂੰ ਕਿਓਟੋ ਦਾ ਸਟੇਸ਼ਨ ਕਲਰਕ ਨਿਯੁਕਤ ਕਰਦਾ ਹਾਂ। ਕੀ ਇਹ ਮਨਜ਼ੂਰ ਹੈ? ਮਹੀਨੇ ਦੇ 15 ਯੈਨ ਜਾਪਾਨੀ ਸਿੱਕਾ। ਮੁਆਫ਼ ਕਰਨਾ, ਇਸ ਸਮੇਂ ਕੋਈ ਹੋਰ ਨੌਕਰੀ ਹੈ ਨਹੀਂ। ਮੈਨੂੰ ਉਮੀਦ ਹੈ ਕਿ ਤੁਸੀਂ ਹੌਲੀ-ਹੌਲੀ ਤਰੱਕੀ ਕਰ ਜਾਓਗੇ, ਡਾਇਰੈਕਟਰ ਨੇ ਕਿਹਾ। ਧੰਨਵਾਦ ਮੇਰੇ ਹਜ਼ੂਰ, ਇਹ ਹੀ ਕਾਫੀ ਹੈ। ਮੈਂ ਕਹਿ ਨਹੀਂ ਸਕਦਾ ਕਿ ਆਪਣੇ ਕੰਮ ਨਾਲ ਆਪਣੇ ਅਫਸਰ ਨੂੰ ਖੁਸ਼ ਕਰ ਸਕਾਂਗਾ ਜਾਂ ਨਹੀਂ, ਪਰ ਮੈਂ ਯਤਨ ਪੂਰਾ ਕਰਾਂਗਾ। ਨਮਸਕਾਰ ਸ਼੍ਰੀਮਾਨ ਜੀ, ਨੋਗੁਚੀ ਨੇ ਕਿਹਾ। ਨਮਸਕਾਰ, ਡਾਇਰੈਕਟਰ ਨੇ ਉੱਤਰ ਦਿੱਤਾ। ਕਿਓਟੋ ਦਾ ਸਟੇਸ਼ਨ ਮਾਸਟਰ ਹਉਮੈ ਦਾ ਮਾਰਿਆ ਹੋਇਆ ਸੀ। ਉਹ ਆਪਣੇ ਮਤਾਹਤਾਂ ਤੇ ਰੋਹ ਪਾਉਣਾ ਜਾਣਦਾ ਸੀ। ਉਸ ਤੋਂ ਸਭ ਡਰਦੇ ਸਨ ਤੇ ਨਵਾਂ ਸਟੇਸ਼ਨ ਕਲਰਕ ਵੀ ਡਰਦਾ ਸੀ। ਸਟੇਸ਼ਨ ਮਾਸਟਰ ਨੂੰ ਆਪਣੀਆਂ ਚਿੱਠੀਆਂ ਨੂੰ ਸਾਹਿਤਕ ਰੰਗਣ ਦੇਣ ਦੀ ਆਪਣੀ ਸਮਰੱਥਾ ਦਾ ਬੜਾ ਗੁਮਾਨ ਸੀ। ਮਿਸਟਰ ਨੋਗੁਚੀ ਨੂੰ ਜਿਹੜੀ ਚਿੱਠੀ ਵੀ ਲਿਖਣ ਲਈ ਕਿਹਾ ਜਾਂਦਾ, ਉਸ ਵਿੱਚ ਉਹ ਦਰਜਨਾਂ ਗਲਤੀਆਂ ਕਰਦਾ। ਇਸ ਤਰ੍ਹਾਂ ਉਹ ਸਟੇਸ਼ਨ ਮਾਸਟਰ ਦਾ ਗੁਮਾਨ ਬਰਦਾਸ਼ਤ ਕਰਦਾ। ਸਟੇਸ਼ਨ ਮਾਸਟਰ ਜਦੋਂ ਚਿੱਠੀ ਠੀਕ ਕਰ ਰਿਹਾ ਹੁੰਦਾ ਤਾਂ ਉਸ ਨੂੰ ਗਲਤੀਆਂ ਲਈ ਲਾਹਨਤਾਂ ਪਾਉਂਦਾ, ਟੁੱਟ ਪੈਂਦਾ, ਗੁੱਸੇ ਨਾਲ ਮੂੰਹ ਵਿੱਚੋਂ ਝੱਗ ਸੁੱਟਦਾ ਅਤੇ ਡਾਇਰੈਕਟਰ ਨੂੰ ਵੀ ਅਜਿਹੇ ਜ਼ਿੰਮੇਵਾਰੀ ਵਾਲੇ ਕੰਮ ਲਈ ਨਵਸਿੱਖਿਆ ਨੂੰ ਭੇਜਣ ਬਾਰੇ ਬੁਰਾ ਭਲਾ ਕਹਿੰਦਾ। ਕਿਓਟੋ ਦੇ ਸਟੇਸ਼ਨ ਤੇ ਸਟੇਸ਼ਨ ਮਾਸਟਰ ਦੀ ਸਿਆਣਪ ਦੀ ਧਾਕ ਬੈਠੀ ਹੋਈ ਸੀ। ਨੋਗੁਚੀ ਨੂੰ ਸਟੇਸ਼ਨ ਤੇ ਆਇਆਂ 1 ਸਾਲ ਹੋ ਗਿਆ ਸੀ, ਪਰ ਅਜੇ ਵੀ ਉਹ ਆਪਣੇ ਨਿੱਤ ਦੇ ਕੰਮ ਵਿੱਚ ਗਲਤੀਆਂ ਕਰਦਾ। ਸਟੇਸ਼ਨ ਮਾਸਟਰ ਦਾ ਗੁੱਸਾ ਉਸ ਤੇ ਵਰਦਾ। ਇਸ ਤਰ੍ਹਾਂ ਸਟੇਸ਼ਨ ਮਾਸਟਰ ਆਪਣੀ ਉੱਚੀ ਲਿਆਕਤ ਦਾ ਮਾਣ ਕਰਕੇ ਖੁਸ਼ ਹੁੰਦਾ। ਇਸੇ ਵੱਡਤਣ ਦੀ ਭਾਵਨਾ ਵਿੱਚ ਹੀ ਸਟੇਸ਼ਨ ਮਾਸਟਰ ਆਪਣੇ ਮਤਾਹਤਾਂ ਵਿੱਚ ਕੋਈ ਭਿੰਨ ਭੇਦ ਨਾ ਕਰ ਸਕਦਾ। ਕਈ ਵਾਰੀ ਉਹ ਮਿਸਟਰ ਨੋਗੁਚੀ ਨੂੰ ਆਪਣਾ ਕਮਰਾ ਤੇ ਮੇਜ਼ ਸਾਫ਼ ਕਰਨ ਲਈ ਵੀ ਕਹਿ ਦਿੰਦਾ। ਇਸ ਤੋਂ ਇਲਾਵਾ ਕਮਰਾ ਗਰਮ ਰੱਖਣ ਲਈ ਅੰਗੀਠੀ ਵਿੱਚ ਕੋਲੇ ਪਾਉਣ ਤੇ ਲਾ ਰੱਖਦਾ। ਮਿਸਟਰ ਨੋਗੁਚੀ ਨੂੰ ਜੋ ਕੰਮ ਦੇ ਦਿੱਤਾ ਜਾਂਦਾ, ਉਸੇ ਨੂੰ ਹੀ ਵਫਾਦਾਰੀ ਨਾਲ ਕਰੀ ਜਾਂਦਾ। ਉਸ ਦੀ ਮੰਦ ਬੁੱਧੀ ਤੋਂ ਉਕਤਾ ਕੇ ਸਟੇਸ਼ਨ ਮਾਸਟਰ ਦਫ਼ਤਰ ਦਾ ਕੰਮ ਆਪ ਹੀ ਕਰ ਲੈਂਦਾ ਅਤੇ ਨੋਗੁਚੀ ਨੂੰ ਛੋਟੇ-ਮੋਟੇ ਕੰਮ ਤੇ ਲਾਈ ਰੱਖਦਾ। ਇਸ ਵਿੱਚ ਕਮਰਾ ਗਰਮ ਰੱਖਣ ਲਈ ਅੰਗੀਠੀ ਵਿੱਚ ਕੋਲੇ ਪਾਉਣਾ, ਸੁਨੇਹੇ ਲੈ ਕੇ ਜਾਣਾ ਅਤੇ ਸਟੇਸ਼ਨ ਮਾਸਟਰ ਦੀ ਪਤਨੀ ਲਈ ਬਾਜ਼ਾਰੋਂ ਘਰ ਦਾ ਸਮਾਨ ਅਤੇ ਸਬਜ਼ੀ ਭਾਜੀ ਖਰੀਦ ਕੇ ਲਿਆਉਣਾ ਵੀ ਹੁੰਦਾ। ਮਿਸਟਰ ਨੋਗੁਚੀ ਨੇ ਕਦੇ ਵੀ ਬੁਰਾ ਨਹੀਂ ਸੀ ਮਨਾਇਆ, ਪਰ ਉਸ ਦੇ ਹੱਥ ਅਤੇ ਮੂੰਹ ਕਾਲਖ ਅਤੇ ਧੂਏ ਨਾਲ ਕਾਲੇ ਹੋ ਜਾਂਦੇ ਅਤੇ ਉਹ ਇੱਕ ਝੋਕਾ ਹੀ ਜਾਪਦਾ, ਕਲਰਕ ਤਾਂ ਜਾਪਦਾ ਹੀ ਨਹੀਂ ਸੀ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।